ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। H1B ਵੀਜ਼ਾ ਨਾ ਪਾਉਣ ਵਾਲੇ ਮੁੜ ਕਰ ਸਕਦੇ ਹਨ ਅਪਲਾਈ। ਇਟਲੀ ਸਰਕਾਰ ਵੱਲੋਂ 30 ਜੁਲਾਈ ਤੱਕ ਭਾਰਤ ਤੋਂ ਇਟਲੀ ਆਉਣ ਵਾਲੀਆਂ ਫਲਾਈਟਾਂ ਨੂੰ ਮੁਕੰਮਲ ਤੌਰ ਤੇ ਕੀਤਾ ਬੰਦ। ਇੰਗਲੈਂਡ ਵਿਦੇਸ਼ੀ ਯਾਤਰਾ ਤੇ ਲਗਾਈ ਪਾਬੰਦੀਆਂ ਵਿੱਚ ਦੇ ਸਕਦਾ ਹੈ ਢਿੱਲ। ਹਾਂਗਕਾਂਗ ਵਿੱਚ ਚੀਨ ਲੋਕਤੰਤਰੀ ਸੰਸਥਾਵਾਂ ਤੇ ਕਰ ਰਿਹਾ ਹਮਲਾ। ਜੋ ਬਾਈਡਨ। ਭਾਰਤ ਅਤੇ ਅਮਰੀਕਾ ਨੇ ਹਿੰਦ ਮਹਾਸਾਗਰ ਵਿੱਚ ਯੁੱਧ ਅਭਿਆਸ ਕੀਤਾ ਸ਼ੁਰੂ। ਮਿਆਮੀ 'ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਅਜਿਹੇ ਵਿਦੇਸ਼ੀ ਮਹਿਮਾਨ ਵਰਕਰ H1B ਵੀਜ਼ਾ ਲਈ ਮੁੜ ਤੋਂ ਅਰਜ਼ੀਆਂ ਦਾਖਲ ਕਰ ਸਕਣਗੇ ਜਿਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ੁਰੂਆਤੀ ਰਜਿਸਟ੍ਰੇਸ਼ਨ ਵਕਫੇ ਦੇ ਆਧਾਰ ਤੇ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੁਤਾਬਕ ਅਜਿਹੇ ਲੋਕ ਮੁੜ ਤੋਂ ਅਰਜ਼ੀਆਂ ਦਾਖਲ ਕਰ ਸਕਦੇ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਸਿਰਫ ਇਸ ਵਾਸਤੇ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਪ੍ਰਸ਼ਾਸਨਿਕ ਤੌਰ ਤੇ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉਹਨਾਂ ਦੀ ਬੇਨਤੀ ਸ਼ੁਰੂਆਤ ਤਰੀਕ 1 ਅਕਤੂਬਰ 2020 ਤੋਂ ਬਾਅਦ ਸੀ। H1B ਵੀਜ਼ਾ ਵਿੱਚ ਇੱਕ ਗੈਰ ਅਪ੍ਰਵਾਸੀ ਵੀਜ਼ਾ ਹੈ ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਵਰਕਰਾਂ ਨੂੰ ਨੌਕਰੀਆਂ ਤੇ ਰੱਖਦੇ ਹਨ। USCIS ਨੇ ਬੁੱਧਵਾਰ ਨੂੰ ਕਿਹਾ ਜੇਕਰ ਤੁਹਾਡੀ ਵਿੱਤੀ ਵਰੇ 2021 ਦੀ ਪਟੀਸ਼ਨ ਇਸੇ ਵਾਸਤੇ ਪੂਰੀ ਤਰ੍ਹਾਂ ਰੱਦ ਜਾਂ ਪ੍ਰਸ਼ਾਸਨਿਕ ਤੌਰ ਤੇ ਬੰਦ ਕੀਤੀ ਗਈ ਹੈ ਕਿਉਂਕਿ ਤੁਹਾਡੀ ਪਟੀਸ਼ਨ ਸ਼ੁਰੂਆਤੀ ਰਜਿਸਟ੍ਰੇਸ਼ਨ ਵਕਫੇ ਦੌਰਾਨ ਜਮ੍ਹਾਂ ਕੀਤੇ ਗਏ ਰਜਿਸਟ੍ਰੇਸ਼ਨ ਦੇ ਆਧਾਰ ਤੇ ਸੀ ਪਰ ਤੁਸੀਂ 1 ਅਕਤੂਬਰ 2020 ਤੋਂ ਬਾਅਦ ਕਿਸੇ ਸ਼ੁਰੂਆਤੀ ਤਰੀਕ ਦੀ ਅਪੀਲ ਕੀਤੀ ਸੀ ਤਾਂ ਤੁਸੀਂ ਪਹਿਲਾਂ ਤੋਂ ਦਾਇਰ ਪਟੀਸ਼ਨ ਨੂੰ ਮੁੜ ਤੋਂ ਦਾਖਲ ਕਰ ਸਕਦੇ ਹੋ। USCIS ਨੇ ਕਿਹਾ ਕਿ ਇਨ੍ਹਾਂ ਪਟੀਸ਼ਨਾਂ ਨੂੰ 1 ਅਕਤੂਬਰ 2021 ਤੋਂ ਪਹਿਲਾਂ ਜਮ੍ਹਾਂ ਕੀਤਾ ਜਾ ਸਕਦਾ ਹੈ। ਇਟਲੀ ਸਰਕਾਰ ਵੱਲੋਂ 30 ਜੁਲਾਈ ਤੱਕ ਭਾਰਤ ਤੋਂ ਇਟਲੀ ਆਉਣ ਵਾਲੀਆਂ ਫਲਾਈਟਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਦੀਆਂ ਮੁਸ਼ਕਿਲਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜਿਹੜੇ ਲੋਕ ਇਟਲੀ ਤੋਂ ਜਨਵਰੀ-ਫਰਵਰੀ ਵਿੱਚ ਕੁਝ ਦਿਨਾਂ ਲਈ ਆਪਣੇ ਵਤਨਾਂ ਨੂੰ ਗਏ ਸਨ ਉਹ ਇਟਲੀ ਵੱਲੋਂ ਭਾਰਤੀ ਫਲਾਈਟਾਂ ਤੇ ਲਾਈ ਪਾਬੰਦੀ ਕਾਰਨ ਉੱਥੇ ਫਸ ਕੇ ਰਹਿ ਗਏ ਜਿਸ ਕਾਰਨ ਉਹਨਾਂ ਦੇ ਕੰਮਕਾਜ ਤਾਂ ਠੱਪ ਹੋਏ ਹੀ ਹਨ ਨਾਲ ਹੀ ਲੋਕਾਂ ਵਿੱਚ ਪਰਿਵਾਰਕ ਵਿਛੋੜੇ ਪੈ ਗਏ। ਪ੍ਰੈਸ ਨਾਲ ਫੋਨ ਰਾਹੀਂ ਗੱਲਬਾਤ ਕਰਦਿਆਂ ਇੱਕ ਕੌਰ ਨਾਮੀ ਔਰਤ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਨਾਲ ਕੁਝ ਕੁ ਦਿਨ ਪਹਿਲਾਂ ਪੰਜਾਬ ਆਈ ਸੀ ਪਰ ਫਲਾਈਟਾਂ ਬੰਦ ਹੋਣ ਤੋਂ ਬਾਅਦ ਇੱਥੇ ਫਸ ਗਈ। ਬੱਚਾ ਆਪਣੇ ਪਿਤਾ ਨੂੰ ਮਿਲਣ ਨੂੰ ਤਰਸ ਰਿਹਾ ਹੈ ਤੇ ਜਲਦ ਇਟਲੀ ਜਾਣ ਦੀ ਜ਼ਿੱਦ ਵੀ ਕਰ ਰਿਹਾ। ਇੱਕ ਹੋਰ ਵਿਅਕਤੀ ਮੁਤਾਬਕ ਉਹ ਸਾਰੇ ਪਰਿਵਾਰ ਨਾਲ 15 ਕੁ ਦਿਨ ਲਈ ਪੰਜਾਬ ਆਏ ਸਨ ਪਰ ਅਚਾਨਕ ਫਲਾਈਟਾਂ ਬੰਦ ਹੋ ਜਾਣ ਕਾਰਨ ਉਹ ਪਿਛਲੇ 3 ਮਹੀਨਿਆਂ ਤੋਂ ਇੱਥੇ ਫਸੇ ਹੋਏ ਨੇ ਅਤੇ ਪਿੱਛੋਂ ਮਕਾਨ ਮਾਲਕ ਕਿਰਾਏ ਲਈ ਫੋਨ ਤੇ ਧਮਕੀਆਂ ਦੇ ਰਿਹਾ ਹੈ। ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕੰਮਾਂ ਕਾਰਾਂ ਤੋਂ ਤਾਂ ਹੱਥ ਧੋਣੇ ਹੀ ਪਏ ਤੇ ਉਹਨਾਂ ਦੇ ਵਰਕ ਪਰਮਿਟਾਂ ਦੀ ਮਿਆਦ ਵੀ ਮੁੱਕ ਜਾਣ ਕਾਰਨ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਮਹਾਮਾਰੀ ਦੇ ਕਾਰਨ ਇੰਗਲੈਂਡ ਵਿੱਚ ਵਿਦੇਸ਼ੀ ਯਾਤਰਾਵਾਂ ਤੇ ਲੱਗੀ ਪਾਬੰਦੀਆਂ ਹਟਾਉਣ ਦੀ ਮੰਗ ਦੇ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯਾਤਰਾਵਾਂ ਵਿੱਚ ਢਿੱਲ ਦੇਣ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਇਹ ਛੋਟ ਉਹਨਾਂ ਲਈ ਹੋਵੇਗੀ ਜਿਨ੍ਹਾਂ ਨੇ ਕੋਰੋਨਾ ਦੇ ਖਿਲਾਫ ਪੂਰੀ ਖੁਰਾਕ ਲੈ ਲਈ ਹੈ। ਦਰਅਸਲ ਬ੍ਰਿਟੇਨ ਲੋਕਾਂ ਨੂੰ ਮੁੜ ਤੋਂ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਦੀ ਆਗਿਆ ਦੇਣ ਤੇ ਵਿਚਾਰ ਕਰ ਰਿਹਾ ਹੈ। ਵਿਦੇਸ਼ੀ ਯਾਤਰਾਵਾਂ ਤੇ ਲੱਗੀ ਪਾਬੰਦੀਆਂ ਦੇ ਕਾਰਨ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ। ਬੁੱਧਵਾਰ ਨੂੰ ਸੈਰ ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਕੋਲੋਂ ਯਾਤਰਾ ਤੇ ਲੱਗੀ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ। ਗੌਰਤਲਬ ਹੈ ਕਿ ਬ੍ਰਿਟੇਨ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾ ਰਿਹਾ ਹੈ ਪਰ ਉਸਨੇ ਹੁਣ ਤੱਕ ਵਿਦੇਸ਼ ਯਾਤਰਾ ਤੇ ਪਾਬੰਦੀ ਲਗਾ ਰੱਖੀ ਹੈ। 77 ਗ੍ਰਾਂਟ ਸ਼ੈਪਸ ਕੁਆਰੰਟਾਈਨ ਮੁਕਤ ਜਗ੍ਹਾ ਦੇ ਲਈ ਗ੍ਰੀਨ ਸੂਚੀ ਜਾਰੀ ਕਰ ਸਕਦੇ ਨੇ। ਫਿਲਹਾਲ ਬ੍ਰਿਟੇਨ ਦੀ ਗ੍ਰੀਨ ਸੂਚੀ ਵਿੱਚ 11 ਸਥਾਨ ਹੈ। ਇਸ ਸੂਚੀ ਵਿੱਚ ਮਾਲਟਾ ਅਤੇ ਪੁਰਤਗਾਲ ਦੇ ਟਾਪੂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਲੇਕਿਨ ਵੱਡੇ ਪੱਧਰ ਤੇ ਇਸ ਵਿੱਚ ਛੋਟ ਦਾ ਯੂਰਪੀ ਦੇਸ਼ਾਂ ਵਿੱਚ ਵਿਰੋਧ ਹੋ ਸਕਦਾ ਹੈ। ਯੂਰਪੀ ਸੰਘ ਵਿੱਚ ਕੁਆਰੰਟਾਈਨ ਅਤੇ ਜਾਂਚ ਦੇ ਨਿਯਮ ਬਹੁਤ ਸਖਤ ਹਨ। 77 ਨੇ ਯਾਤਰਾ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਹ ਨਿੱਜੀ ਤੌਰ ਤੇ ਚਾਹੁੰਦੇ ਹਨ ਕਿ ਅਸੀਂ ਉਸ ਹਾਲਤ ਵਿੱਚ ਵਾਪਸ ਆ ਜਾਣ ਜਿੱਥੇ ਅਸੀਂ ਉਹਨਾਂ ਲੋਕਾਂ ਦਾ ਸਮਰਥਨ ਕਰ ਸਕਣ ਜੋ ਯਾਤਰਾ ਕਰਨਾ ਚਾਹੁੰਦੇ ਨੇ ਲੇਕਿਨ ਇਹ ਮੁਸ਼ਕਲ ਸਮਾਂ ਹੈ। ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਹਾਂਗਕਾਂਗ ਵਿੱਚ ਲੋਕਤੰਤਰ ਸਮਰਥਕ ਅਖਬਾਰ ਕਹੇ ਜਾਣ ਵਾਲੇ ਐਪਲ ਡੇਲੀ ਦੇ ਬੰਦ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਦੀ ਨਿੰਦਾ ਕੀਤੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਪੱਤਰਕਾਰੀ ਕੋਈ ਗੁਨਾਹ ਨਹੀਂ ਹੈ। ਹਾਂਗਕਾਂਗ ਵਿੱਚ ਲੋਕਾਂ ਨੂੰ ਪ੍ਰੈਸ ਦੀ ਆਜ਼ਾਦੀ ਹੈ। ਬੀਜਿੰਗ ਹਾਂਗਕਾਂਗ ਨੂੰ ਬੁਨਿਆਦੀ ਸੁਤੰਤਰਤਾ ਦੀ
ਆਜ਼ਾਦੀ ਨਹੀਂ ਦੇ ਰਿਹਾ। ਜੋ ਬਾਈਡਨ ਨੇ ਚੀਨ ਨੂੰ ਲੈ ਕੇ ਕਿਹਾ ਕਿ ਬੀजिंग ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਲੋਕਤੰਤਰੀ ਸੰਸਥਾਵਾਂ ਤੇ ਹਮਲੇ ਕਰ ਰਿਹਾ ਹੈ। ਉਹਨਾਂ ਨੇ ਕਿਹਾ, ਅਸੀਂ ਹਾਂਗਕਾਂਗ ਵਿੱਚ ਲੋਕਾਂ ਦੀ ਮਦਦ ਜਾਰੀ ਰੱਖਣ ਤੋਂ ਪਿੱਛੇ ਨਹੀਂ ਹਟਾਂਗੇ। ਐਪਲ ਡੇਲੀ ਦੇ ਬੰਦ ਹੋਣ ਤੋਂ ਨਾਰਾਜ਼ ਦਿਖ ਰਹੇ ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਹਾਂਗਕਾਂਗ ਅਤੇ ਪੂਰੀ ਦੁਨੀਆ ਵਿੱਚ ਇਹ ਮੀਡੀਆ ਦੀ ਆਜ਼ਾਦੀ ਲਈ ਬੇहद ਬੁਰਾ ਦਿਨ। ਬੀजिंग ਦੇ ਦਮਨਕਾਰੀ ਰਵੱਈਏ, ਗ੍ਰਿਫਤਾਰੀਆਂ, ਧਮਕੀਆਂ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੀ ਵਜ੍ਹਾ ਨਾਲ ਐਪਲ ਡੇਲੀ ਦੀ ਆਜ਼ਾਦੀ ਪ੍ਰਭਾਵਿਤ ਹੋਈ। ਐਪਲ ਡੇਲੀ ਹਾਂਗਕਾਂਗ ਵਿੱਚ ਆਜ਼ਾਦ ਪੱਤਰਕਾਰੀ ਦਾ ਗੜ੍ਹ ਰਿਹਾ। ਹੁਣ ਉਸਨੇ ਪਬਲਿਕੇਸ਼ਨ ਤੇ ਰੋਕ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਵਿੱਚ ਲਾਗੂ ਹੋਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵੱਡੀ ਕੀਮਤ ਉੱਥੋਂ ਦੇ ਇਸ ਮਸ਼ਹੂਰ ਅਖਬਾਰ ਨੂੰ ਅਦਾ ਕਰਨੀ ਪਈ। ਪੁਲਿਸ ਦੀ ਵੱਧਦੀ ਕਾਰਵਾਈ, ਚੀਫ ਐਡੀਟਰ ਅਤੇ 5 ਐਗਜ਼ੀਕਿਊਟਿਵ ਦੇ ਹਿਰਾਸਤ ਵਿੱਚ ਲਏ ਜਾਣ ਅਤੇ ਵਿੱਤੀ ਜਾਇਦਾਦ ਜ਼ਬਤ ਹੋਣ ਦੀ ਵਜ੍ਹਾ ਨਾਲ ਅਖਬਾਰ ਨੂੰ ਬੰਦ ਹੋਣ ਦਾ ਫੈਸਲਾ ਕਰਨਾ ਪਿਆ। ਭਾਰਤ ਅਤੇ ਅਮਰੀਕਾ ਵਿਚਾਲੇ ਬੁੱਧਵਾਰ ਨੂੰ ਹਿੰਦ ਮਹਾਸਾਗਰ ਵਿੱਚ 2 ਦਿਨਾਂ ਯੁੱਧ ਅਭਿਆਸ ਸ਼ੁਰੂ ਹੋਇਆ, ਜਿਸ ਵਿੱਚ ਖੇਤਰ ਵਿੱਚ ਚੀਨ ਦੇ ਵੱਧਦੇ ਦਬਦਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਹਵਾਈ ਰੱਖਿਆ ਮੰਚਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਜਹਾਜ਼ਾਂ ਨੂੰ ਲਿਜਾਣ ਵਾਲਾ ਬੇੜਾ USS ਰੋਨਾਲਡ ਰੀਗਨ ਦੀ ਅਗਵਾਈ ਵਾਲੇ ਜਹਾਜ਼ੀ ਬੇੜੇ ਜੰਗ ਸਮੂਹ ਨੂੰ ਤਾਇਨਾਤ ਕੀਤਾ। ਨਾਲ ਹੀ ਇਸ ਯੁੱਧ ਅਭਿਆਸ ਵਿੱਚ F-18 ਲੜਾਕੂ ਜਹਾਜ਼ ਅਤੇ E-2C ਹਾਕ-ਆਈ ਆਲ ਵੈਦਰ ਜਹਾਜ਼ ਵੀ ਹਿੱਸਾ ਲੈ ਰਹੇ ਹਨ। ਭਾਰਤ ਤੇ ਅਮਰੀਕਾ ਵਿਚਾਲੇ ਬੁੱਧਵਾਰ ਨੂੰ ਹਿੰਦ ਮਹਾਸਾਗਰ ਵਿੱਚ 2 ਦਿਨਾਂ ਯੁੱਧ ਅਭਿਆਸ ਸ਼ੁਰੂ ਹੋਇਆ, ਜਿਸ ਖੇਤਰ ਵਿੱਚ ਚੀਨ ਦੇ ਵੱਧਦੇ ਦਬਦਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਹਵਾਈ ਰੱਖਿਆ ਮੰਚਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਜਹਾਜ਼ਾਂ ਨੂੰ ਲਿਜਾਣ ਵਾਲਾ ਬੇੜਾ USS ਰੋਨਾਲਡ ਰੀਗਨ ਦੀ ਅਗਵਾਈ ਵਾਲੇ ਜਹਾਜ਼ੀ ਬੇੜੇ ਜੰਗ ਸਮੂਹ ਨੂੰ ਤਾਇਨਾਤ ਕੀਤਾ ਹੈ। ਨਾਲ ਹੀ ਇਸ ਯੁੱਧ ਅਭਿਆਸ ਵਿੱਚ F-18 ਲੜਾਕੂ ਜਹਾਜ਼ ਅਤੇ E-2C ਹਾਕ-ਆਈ ਆਲ ਵੈਦਰ ਜਹਾਜ਼ ਵੀ ਹਿੱਸਾ ਲੈ ਰਹੇ ਨੇ। ਮਿਆਮੀ ਦੇ ਬਾਹਰੀ ਇਲਾਕੇ ਵਿੱਚ ਸਮੁੰਦਰ ਤੱਟ ਨੇੜੇ ਸਥਿਤ ਇੱਕ ਇਮਾਰਤ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਅੰਸ਼ਕ ਰੂਪ ਨਾਲ ਢਹਿ ਢੇਰੀ ਹੋ ਗਈ, ਜਿਸ ਵਿੱਚ ਘੱਟ ਤੋਂ ਘੱਟ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ ਇਸ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਖਦਸ਼ਾ ਹੈ। ਬਚਾਅ ਕਰਮੀਆਂ ਨੇ ਕਈ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਹੈ ਅਤੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਫਸਾਈਡ ਵਿੱਚ 12 ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਡਿੱਗ ਗਿਆ। ਵੀਰਵਾਰ ਸ਼ਾਮ ਤੱਕ ਵੀ ਕਰੀਬ 100 ਲੋਕਾਂ ਦਾ ਕੁਝ ਨਹੀਂ ਪਤਾ ਲੱਗ ਸਕਿਆ। ਹਾਦਸੇ ਦੇ ਸਮੇਂ ਇਮਾਰਤ ਵਿੱਚ ਕਿੰਨੇ ਲੋਕ ਸਨ, ਇਸ ਦੀ ਜਾਣਕਾਰੀ ਅਜੇ ਅਧਿਕਾਰੀਆਂ ਨੂੰ ਨਹੀਂ ਮਿਲੀ। ਉਹਨਾਂ ਨੇ ਮ੍ਰਿਤਕਾਂ ਦੀ ਸੰਖਿਆ ਵਧਣ ਦਾ ਖਦਸ਼ਾ ਜਤਾਇਆ। ਮੇਅਰ ਚਾਰਲਸ ਬਰਕੇਟ ਨੇ ਕਿਹਾ, ਇਹ ਬਹੁਤ ਦੁਖਦ ਹੈ। ਮਿਆਮੀ ਦਾਡੇ ਐਮਰਜੈਂਸੀ ਪ੍ਰਬੰਧਨ ਦੇ ਨਿਰਦੇਸ਼ਕ ਫਰੈਂਕ ਗਲਸਨ ਨੇ ਮਿਆਮੀ ਹੈਰਾਲਡ ਨੂੰ ਦੱਸਿਆ ਕਿ ਇਮਾਰਤ ਡਿੱਗਣ ਦੇ ਕਈ ਘੰਟਿਆਂ ਬਾਅਦ ਬਚਾਅ ਕਰਮੀ ਮਲਬੇ ਵਿੱਚ ਫਸੇ ਇੱਕ ਬੱਚੇ ਤੱਕ ਪਹੁੰਚੇ, ਜਿਸ ਦੇ ਮਾਤਾ-ਪਿਤਾ ਸ਼ਾਇਦ ਜਿਉਂਦੇ ਨਹੀਂ ਬਚੇ। ਅਧਿਕਾਰੀਆਂ ਨੇ ਇਮਾਰਤ ਕਿਵੇਂ ਡਿੱਗੀ ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਇਹ ਪਤਾ ਲੱਗਾ ਹੈ ਕਿ ਇਮਾਰਤ ਦੀ ਛੱਤ ਤੇ ਕੁਝ ਕੰਮ ਚੱਲ ਰਿਹਾ ਸੀ। ਕੈਨੇਡਾ ਦੇ ਇੱਕ ਹੋਰ ਸਾਬਕਾ ਬੋਰਡਿੰਗ ਸਕੂਲ ਵਿੱਚ ਅਣਪਛਾਤੇ ਲੋਕਾਂ ਦੀਆਂ ਕਬਰਾਂ ਮਿਲੀਆਂ ਨੇ। ਇਹਨਾਂ ਵਿੱਚ ਸੈਂਕੜੇ ਆਦੀਵਾਸੀ ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਇਆ ਗਿਆ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਜ਼ਾ ਖੁਲਾਸੇ ਤੋਂ ਪਹਿਲਾਂ 215 ਬੱਚਿਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕ ਸਾਬਕਾ ਸਥਾਨਕ ਬੋਰਡਿੰਗ ਸਕੂਲ ਵਿੱਚੋਂ ਬਰਾਮਦ ਕੀਤੀਆਂ ਗਈਆਂ। ਕੈਨੇਡਾ ਦੇ ਆਦੀਵਾਸੀ ਲੋਕਾਂ ਦੀ ਨੁਮਾਇੰਦਗੀ ਰੱਖਣ ਵਾਲੇ ਸੰਗਠਨ ਕੋਸੈਕਸ ਫਸਟ ਨੇਸ਼ਨ ਦੇ ਮੈਂਬਰਾਂ ਅਤੇ ਕੈਨੇਡਾ ਦੇ ਫੈਡਰੇਸ਼ਨ ਆਫ ਸੋਵਰੇਨ ਇੰਡੀਜੀਨਸ ਫਸਟ ਨੇਸ਼ਨਸ ਨੇ ਕਿਹਾ ਕਿ ਕਬਰਾਂ ਸਸਕੈਚੁਆਨ ਸੂਬੇ ਦੇ ਸਾਬਕਾ ਮੈਰੀਵਿਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਖੋਜੀਆਂ ਗਈਆਂ। ਬਿਆਨ ਵਿੱਚ ਕਿਹਾ ਗਿਆ ਕਿ ਕੈਨੇਡਾ ਵਿੱਚ ਅਣਪਛਾਤੀਆਂ ਕਬਰਾਂ ਦੀ ਗਿਣਤੀ ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੈ। FSIN ਨੇਤਾ ਬੌਬੀ ਕੈਮਰੂਨ ਅਤੇ ਕੋਸੈਕਸ ਪ੍ਰਮੁੱਖ ਕੈਡਮਜ਼ ਡੇਲੇਰੋਮੀ ਨੇ ਕਿਹਾ ਕਿ ਉਹ ਖੋਜ ਬਾਰੇ ਵਿਸਥਾਰ ਨਾਲ ਦੱਸਣ ਲਈ ਇੱਕ ਪ੍ਰੈਸ ਕਾਨਫਰੰਸ ਕਰਨਗੇ। ਸਾਬਕਾ ਬੋਰਡਿੰਗ ਸਕੂਲ 1899 ਤੋਂ 1997 ਤੱਕ ਚੱਲਿਆ। ਇਹ ਸਸਕੈਚੁਆਨ ਦੀ ਰਾਜਧਾਨੀ ਰੇਜ਼ੀਨਾ ਤੋਂ ਲਗਭਗ 140 ਕਿਲੋਮੀਟਰ ਦੂਰ ਪੂਰਬ ਵਿੱਚ ਸਥਿਤ ਹੈ, ਜਿੱਥੇ ਹੁਣ ਕੋਸੈਕਸ ਭਾਈਚਾਰੇ ਦੇ ਲੋਕ ਰਹਿੰਦੇ ਨੇ। 1970 ਵਿੱਚ ਫਸਟ ਨੇਸ਼ਨ ਨੇ ਸਕੂਲ ਕਬਰਿਸਤਾਨ ਤੇ ਕੰਟਰੋਲ ਕਰ ਲਿਆ। ਉਦੋਂ ਤੋਂ ਉਹ ਸਾਰੀਆਂ ਸਾਬਕਾ ਆਦੀਵਾਸੀਆਂ ਰਿਹਾਇਸ਼ਾਂ ਸਕੂਲਾਂ ਵਿੱਚ ਸੰਭਾਵਿਤ ਸਮੂਹਿਕ ਕਬਰਾਂ ਦੀ ਖੋਜ ਕਰ ਰਿਹਾ ਹੈ। ਕੋਰੋਨਾ ਜਿਵੇਂ-ਜਿਵੇਂ ਆਪਣਾ ਰੂਪ ਬਦਲ ਰਿਹਾ, ਦੁਨੀਆ ਦੇ ਵਿਗਿਆਨੀ ਵੀ ਉਸ ਨਾਲ ਨਜਿੱਠਣ ਲਈ ਕਮਰ ਕੱਸੀ ਫਿਰਦੇ ਨੇ। ਅਮਰੀਕਾ ਦੇ ਵਿਗਿਆਨੀਆਂ ਨੇ ਕੋਰੋਨਾ ਦੇ ਹਰ ਵੇਰੀਐਂਟ ਨਾਲ ਲੜਨ ਲਈ ਇੱਕ ਨਵੀਂ ਸੁਪਰ ਵੈਕਸੀਨ ਤਿਆਰ ਕਰ ਲਈ ਹੈ। ਇਹ ਕੋਵਿਡ-19 ਦੇ ਹਰ ਵੇਰੀਐਂਟ ਦਾ
ਮੁਕਾਬਲਾ ਕਰਨ ਵਿੱਚ ਸਮਰੱਥ ਹੈ। ਕੋਰੋਨਾ ਵਾਇਰਸ ਨੂੰ ਅਜੇ ਤੱਕ 2 ਮਹਾਮਾਰੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। 2003 ਵਿੱਚ ਸਾਰਸ ਅਤੇ 2019-20 ਤੋਂ ਕੋਵਿਡ-19 ਗਲੋਬਲ ਮਹਾਮਾਰੀ। ਖੋਜਕਾਰਾਂ ਨੇ ਪਾਇਆ ਕਿ ਭਵਿੱਖ ਵਿੱਚ ਵੀ ਕੋਰੋਨਾ ਵਾਇਰਸ ਦਾ ਖਤਰਾ ਬਰਕਰਾਰ ਰਹੇਗਾ ਅਤੇ ਕੋਈ ਨਹੀਂ ਜਾਣਦਾ ਕਿ ਕਿਹੜਾ ਵਾਇਰਸ ਕਦੋਂ ਅਗਲੀ ਮਹਾਮਾਰੀ ਫੈਲਾ ਦੇਵੇਗਾ। ਭਵਿੱਖ ਵਿੱਚ ਕੋਰੋਨਾ ਵਾਇਰਸ ਨਾਲ ਜੁੜੀ ਅਜਿਹੀ ਕਿਸੇ ਵੀ ਸੰਸਾਰਿਕ ਮਹਾਮਾਰੀ ਤੋਂ ਰੱਖਿਆ ਲਈ ਵਿਗਿਆਨੀਆਂ ਨੇ ਇਹ ਵੈਕਸੀਨ ਡਿਜ਼ਾਈਨ ਕੀਤੀ ਜੋ ਮੌਜੂਦਾ SARS-CoV-2 ਕੋਰੋਨਾ ਵਾਇਰਸ ਦੇ ਖਿਲਾਫ ਸੁਰੱਖਿਆ ਤਾਂ ਦੇਵੇਗੀ ਹੀ, ਕੋਰੋਨਾ ਵਾਇਰਸ ਸਮੂਹ ਦੇ ਦੂਸਰੇ ਸੰਭਾਵਿਤ ਵਾਇਰਸ ਤੋਂ ਵੀ ਰੱਖਿਆ ਵਿੱਚ ਕਾਰਗਰ ਹੋਵੇਗੀ। ਸੁਪਰ ਵੈਕਸੀਨ ਨੂੰ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਨੇ ਡਿਵੈਲਪ ਕੀਤਾ। ਯੂਨੀਵਰਸਿਟੀ ਦੀ ਸਟੱਡੀ ਨੂੰ ਸਾਇੰਸ ਜਰਨਲ ਵਿੱਚ ਪਬਲਿਸ਼ ਕੀਤਾ ਗਿਆ। ਖੋਜਕਾਰਾਂ ਨੇ ਇਸ ਦੀ ਰੋਕਥਾਮ ਲਈ ਵੈਕਸੀਨ ਵਿਕਸਿਤ ਕਰਨ ਵਿੱਚ mRNA ਤਕਨੀਕ ਅਪਣਾਈ ਹੈ, ਜਿਸ ਦਾ ਅਮਰੀਕਾ ਵਿੱਚ ਵਿਕਸਿਤ ਦੋਨੋਂ ਵੈਕਸੀਨ ਫਾਈਜ਼ਰ ਅਤੇ ਮੋਡਰਨਾ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਫਰਕ ਸਿਰਫ ਇਹ ਹੈ ਕਿ ਯੂਨੀਵਰਸਲ ਵੈਕਸੀਨ ਵਿਕਸਿਤ ਕਰਨ ਲਈ ਖੋਜਕਾਰਾਂ ਨੇ ਸਿਰਫ ਇੱਕ ਵਾਇਰਸ ਤੇ mRNA ਕੋਡ ਦੀ ਵਰਤੋਂ ਕਰਨ ਦੀ ਥਾਂ ਕਈ ਕੋਰੋਨਾ ਵਾਇਰਸ ਤੇ mRNA ਨੂੰ ਇਕੱਠਿਆਂ ਜੋੜ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਜਦੋਂ ਹਾਈਬ੍ਰਿਡ ਵੈਕਸੀਨ ਚੂਹੇ ਨੂੰ ਲਗਾਈ ਗਈ ਤਾਂ ਅਜਿਹੀ ਅਸਰਦਾਰ ਐਂਟੀਬਾਡੀਜ਼ ਤਿਆਰ ਹੋਈ ਜੋ ਕਈ ਤਰ੍ਹਾਂ ਦੇ ਸਪਾਈਕ ਪ੍ਰੋਟੀਨ ਦਾ ਸਾਹਮਣਾ ਕਰ ਸਕਦੀ ਹੈ। ਇਸ ਵਿੱਚ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਬੀਟਾ ਵੇਰੀਐਂਟ ਵੀ ਸ਼ਾਮਲ ਕੀਤਾ ਗਿਆ। ਤੁਹੱਬਰ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਜਿਸ ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਨਾਲ ਮਿਲ ਕੇ 2008 ਵਿੱਚ ਭਾਰਤ ਦੇ ਬੰਬਈ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ, ਉਸ ਤੇ ਇੱਕ ਵਾਰ ਫਿਰ ਤੋਂ ਭਾਰਤ ਨੂੰ ਨਾਕਾਮਯਾਬੀ ਹੱਥ ਲੱਗੀ ਹੈ। ਅਮਰੀਕੀ ਜੇਲ੍ਹ ਵਿੱਚ ਬੰਦ ਤੁਹੱਬਰ ਰਾਣਾ ਨੂੰ ਭਾਰਤ ਡਿਪੋਰਟ ਕਰਨ ਨੂੰ ਲੈ ਕੇ ਲਾਸ ਏਂਜਲਸ ਦੀ ਜੱਜ ਨੇ ਸੁਣਵਾਈ ਕੀਤੀ। ਭਾਰਤ ਸਰਕਾਰ ਦੀ ਅਪੀਲ ਤੇ ਤੁਹੱਬਰ ਰਾਣਾ ਦੀ ਕੋਰਟ ਰੂਮ ਸੁਣਵਾਈ ਲਾਸ ਏਂਜਲਸ ਵਿੱਚ ਮੈਜਿਸਟ੍ਰੇਟ ਜੱਜ ਜੈਕਲੀਨ ਦੀ ਅਦਾਲਤ ਵਿੱਚ ਹੋਈ, ਜਿਸ ਵਿੱਚ ਜੱਜ ਜੈਕਲੀਨ ਨੇ ਡਿਫੈਂਸ ਅਟਾਰਨੀ ਪ੍ਰੋਸੀਕਿਊਟਰ ਕੋਲੋਂ ਕਈ ਹੋਰ ਦਸਤਾਵੇਜ਼ ਮੰਗੇ। ਜੱਜ ਨੇ 15 ਜੁਲਾਈ ਤੱਕ ਸਾਰੇ ਦਸਤਾਵੇਜ਼ ਕੋਰਟ ਵਿੱਚ ਜਮ੍ਹਾਂ ਕਰਨ ਲਈ ਕਿਹਾ। ਭਾਰਤ ਸਰਕਾਰ ਨੇ ਅਮਰੀਕਾ ਦੀ ਲਾਸ ਏਂਜਲਸ ਦੀ ਅਦਾਲਤ ਵਿੱਚ ਰਾਣਾ ਦੇ ਖਿਲਾਫ ਅਪੀਲ ਦਾਇਰ ਕੀਤੀ, ਜਿਸ ਵਿੱਚ ਭਾਰਤ ਸਰਕਾਰ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਤੁਹੱਬਰ ਰਾਣਾ ਨੇ ਆਪਣੇ ਬਚਪਨ ਦੇ ਦੋਸਤ ਡੇਵਿਡ ਕਾਲਮੈਨ ਹੇਟਲੀ ਨਾਲ ਮਿਲ ਕੇ ਬੰਬਈ ਵਿੱਚ 2008 ਦੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਕੀਤੀ ਸੀ। ਰਾਣਾ ਨੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਲਈ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੀ ਸਹਾਇਤਾ ਕੀਤੀ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ 3 ਜੁਲਾਈ ਨੂੰ ਫਲੋਰੀਡਾ ਵਿੱਚ ਸੇਵ ਅਮਰੀਕਾ ਰੈਲੀ ਕਰਨਗੇ। ਉਹਨਾਂ ਦੇ ਦਫ਼ਤਰ ਦੇ ਇੱਕ ਪ੍ਰੈਸ ਕਾਨਫਰੰਸ ਨੋਟ ਵਿੱਚ ਇਸ ਦੀ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ 3 ਜੁਲਾਈ 2021 ਨੂੰ ਫਲੋਰੀਡਾ ਦੇ ਸਰਸੋਟਾ ਵਿੱਚ ਇੱਕ ਵੱਡੀ ਰੈਲੀ ਕਰਨਗੇ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੈਲੀ ਨੂੰ ਰਿਪਬਲਿਕਨ ਪਾਰਟੀ ਆਫ ਫਲੋਰੀਡਾ ਦੁਆਰਾ ਸਹਿ ਪ੍ਰਾਯੋਜਿਤ ਕੀਤਾ ਗਿਆ ਹੈ। ਰੈਲੀ ਦੀ ਸਮਾਪਤੀ ਆਤਿਸ਼ਬਾਜ਼ੀ ਦੇ ਨਾਲ ਹੋਵੇਗੀ। ਟਰੰਪ ਦੀ ਹੁਣ ਤੱਕ 2 ਰੈਲੀਆਂ ਨਿਰਧਾਰਿਤ ਕੀਤੀਆਂ ਹਨ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਜ਼ਰੀਏ ਆਈ ਜਾਣਕਾਰੀ ਦੇ ਅਨੁਸਾਰ ਅਮਰੀਕੀ ਸੰਸਦ ਤੇ 6 ਜਨਵਰੀ ਨੂੰ ਹੋਏ ਹਮਲੇ ਦੀ ਜਾਂਚ ਦੇ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਸਾਬਕਾ ਰਾਸ਼ਟਰਪਤੀ ਟਰੰਪ ਦੇ ਲਈ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਹਾਰ ਕਬੂਲ ਨਹੀਂ ਕੀਤੀ ਸੀ। ਉਹ ਵਾਰ-ਵਾਰ ਚੋਣਾਂ ਵਿੱਚ ਧੋਖਾਧੜੀ ਦਾ ਦੋਸ਼ ਲਗਾ ਰਹੇ ਸੀ। ਇਸ ਤੋਂ ਬਾਅਦ ਬੀਤੀ 6 ਜਨਵਰੀ ਨੂੰ ਟਰੰਪ ਦੇ ਸਮਰਥਕਾਂ ਨੇ ਸੰਸਦ ਤੇ ਹਿੰਸਾ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪ੍ਰਤੀਨਿਧੀ ਸਭਾ ਨੇ ਜਾਂਚ ਦੇ ਲਈ ਕਮਿਸ਼ਨ ਗਠਨ ਕਰਨ ਦਾ ਬਿੱਲ ਪਾਸ ਕਰ ਦਿੱਤਾ ਸੀ, ਜੋ ਸੈਨੇਟ ਵਿੱਚ ਅਟਕਿਆ ਹੈ। ਪੰਜਾਬੀਆਂ ਦੀ ਲਗਨ, ਮਿਹਨਤ ਤੇ ਸੇਵਾ ਭਾਵਨਾ ਦਾ ਸਿੱਕਾ ਹੱਥਾਂ ਚੱਲਦਾ ਹੈ। ਵਿਦੇਸ਼ੀ ਧਰਤੀ ਤੇ ਜਾ ਕੇ ਵੀ ਉਹ ਆਪਣੀ ਮਿਹਨਤ ਦੀ ਬਦੌਲਤ ਵੱਡੇ ਅਹੁਦੇ ਹਾਸਲ ਕਰਦੇ ਨੇ। ਇਸੇ ਤਰ੍ਹਾਂ ਜਲੰਧਰ ਦੇ ਪ੍ਰਦੀਪ ਸਿੰਘ ਟਿਵਾਣਾ ਨੇ ਵੀ ਵਿਦੇਸ਼ ਧਰਤੀ ਤੇ ਇਤਿਹਾਸ ਰਚ ਦਿੱਤਾ, ਜੋ ਕਿ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਪਹਿਲੇ ਜੱਜ ਬਣ ਗਏ ਹਨ। ਜਲੰਧਰ ਵਿੱਚ ਉਹਨਾਂ ਦੇ ਜੱਦੀ ਪਿੰਡ ਕੋਟ ਕਲਾਂ ਵਿੱਚ ਪਿੰਡ ਵਾਸੀਆਂ ਨੇ ਮਠਿਆਈਆਂ ਵੰਡ ਕੇ ਪ੍ਰਦੀਪ ਸਿੰਘ ਟਿਵਾਣਾ ਦੇ ਜੱਜ ਬਣਨ ਤੇ ਖੁਸ਼ੀ ਮਨਾਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਦੀਪ ਨੇ ਜਲੰਧਰ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਹਾਲਾਂਕਿ ਪ੍ਰਦੀਪ ਟਿਵਾਣਾ ਦਾ ਜਨਮ ਯੂਕੇ ਵਿੱਚ ਹੋਇਆ ਸੀ, ਪਰ ਉਹ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ। ਕੋਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਯਾਤਰਾ ਪਾਬੰਦੀਆਂ ਜਾਰੀ ਨੇ। ਇਸ ਵਾਇਰਸ ਨੇ ਪਾਸਪੋਰਟ ਦੀ ਪਾਵਰ ਬਦਲ ਦਿੱਤੀ ਹੈ। ਆਰਟਨ ਕੈਪੀਟਲ ਪਾਸਪੋਰਟ ਇੰਡੈਕਸ ਮੁਤਾਬਕ 24 ਜੂਨ 2021 ਤੱਕ ਵੀਜ਼ਾ ਫ੍ਰੀ ਐਕਸੈਸ ਦੇ ਮਾਮਲੇ ਵਿੱਚ ਜਰਮਨ ਪਾਸਪੋਰਟ ਸਭ ਤੋਂ ਤਾਕਤਵਰ ਰਿਹਾ। ਕੋਰੋਨਾ ਤੋਂ ਪਹਿਲਾਂ ਟੌਪ 3 ਵਿੱਚ ਸ਼ਾਮਲ ਅਮਰੀਕਾ ਟੌਪ 10 ਤੋਂ ਬਾਹਰ ਹੋ ਕੇ 12ਵੇਂ ਨੰਬਰ ਤੇ ਆ ਗਿਆ। ਭਾਰਤ ਦੀ ਕੌਮਾਂਤਰੀ ਪਾਸਪੋਰਟ ਤਾਕਤ ਵੀ ਘਟੀ ਹੈ। ਰੈਂਕ 13ਵੇਂ ਸਥਾਨ ਤੋਂ 61 ਤੇ ਪੁੱਜ ਗਿਆ। ਰੈਂਕਿੰਗ ਵਿੱਚ ਪਹਿਲੇ ਨੰਬਰ ਤੇ ਜਰਮਨੀ, ਦੂਜੇ ਤੇ ਸਵਿਟਜ਼ਰਲੈਂਡ, ਤੀਜੇ ਤੇ ਨਿਊਜ਼ੀਲੈਂਡ, ਚੌਥੇ ਤੇ ਆਸਟ੍ਰੇਲੀਆ,
फ्रांस भी चौथे ते, जापान भी चौथे ते पोलैंड 5वें ते, कैनेडा 9वें ते आ गया। जर्मन पासपोर्ट धारक 100 देशों विच बगैर वीजे दे जा सकते ने। 37 देशों विच पुजण ते उसनूं वीज़ा दे दिता जाता है। सिर्फ 61 देशों विच पहला वीज़ा अर्जी देनी होवेगी। भारतीय पासपोर्ट नाल 20 देशों विच वीज़े की जरूरत नहीं। 35 देशों विच पुजदे ही वीज़ा मिल जाता है। दुबई के स्टार जैम ग्रुप मुखी भावेश ਝਵੇਰੀ तो बाद ਸਰਬੱਤ ਦਾ ਭਲਾ चैरिटेबल ट्रस्ट के मुखी ਅਤੇ दुबई के ਉੱਘੇ बिजनेसमैन डॉक्टर SP ਸਿੰਘ ओबराय अंतरराष्ट्रीय फ्लाइट ਵਿੱਚ ਜਾਣ ਵਾਲੇ ਪਹਿਲੇ बने जिन्होंने इकल्ले यात्री वजों 248 सीटां वाले जहाज ਵਿੱਚ सफ़र किया। दस दईए कि भावेश ਝਵੇਰੀ इकल्ले यात्री वजों मुंबई तो एमीरेट्स फ्लाइट ते दुबई गए सन। डॉक्टर ओबराय वालों 14,800 रुपए दे के यात्रा की गई। बीते दिनी डॉक्टर SP ਸਿੰਘ ओबराय पटियाला विच तख्त श्री पटना साहिब के जथेदार ज्ञानी रणजीत सिंह मुखी गोहरे मस्कीन नूं पंडित सोमदत्त की याद विच एक एंबूलेंस भेंट करन तो बाद गुरदासपुर विच एक लैबोरेटरी दे लई जगह वेखण तो बाद तड़के एयर इंडिया की फ्लाइट लई अमृतसर पहुंचे। उत्थे जाके एयर इंडिया के अधिकारियों ने उन्होंने ले जाण तो आनाकानी की। एयर इंडिया की फ्लाइट अमृतसर तो दुबई लई रिटर्न फ्लाइट सी अते डॉक्टर ओबराय नूं लगा कि कोविड प्रोटोकॉल के चलदियां एयर इंडिया के अधिकारी उन्होंने नाल नहीं ले जा रहे। डॉक्टर ओबराय ने दस्सिया कि वो पूरी तरह वैक्सीनेटेड हैं ते कोविड की नैगेटिव रिपोर्ट उन्होंने कोल है। दुबई के गोल्ड वीज़ा कार्ड होल्डर वो खुद आप हैं। 48 घंटिया की PCR रिपोर्ट तो इलावा 4 घंटे पहला की रैपिड रिपोर्ट भी उन्होंने कोल है। इस तो उपर दुबई के रिटर्न परमिट भी उन्होंने कोल है, पर फिर भी एयर इंडिया अधिकारी नहीं मने। फ्लाइट के उड्डण नूं महज 4 घंटे का समा रह गया सी। इस ते चलदियां डॉक्टर ओबराय ने अमृतसर एयरपोर्ट के चेयरमैन MP गुरजीत औजला और एविएशन मंत्री हरदीप पुरी नाल संपर्क साधिया ते मंत्री हरदीप पुरी के दखल तो बाद एयर इंडिया का स्टाफ लिजाउण लई राजी होया। डॉक्टर ओबराय ने दुबई तो फोन ते दस्सिया कि वो UAE दे गोल्डन वीज़ा धारक हैं और 12 जून नूं भारत आए सन। कोविड की दूजी वेव के चलदियां 24 अप्रैल तो UAE तो भारत लई आम यात्रियों के लिए फ्लाइटां बंद हैं, पर डिप्लोमैटिक अधिकारी गोल्ड वीज़ा धारक और खास व्यक्तियों को इस विच छूट है। डॉक्टर ओबराय ने केंद्रीय मंत्री हरदीप पुरी और मैंबर पार्लीमेंट गुरजीत औजला का भी खास तौर पर धन्नवाद किया। विधायक फतेह जंग बाजवा ने अपने बेटे की नौकरी छड्डण का ऐलान करदिआं अपने कांग्रेसी साथियों को भी वड्डी चुनौती दी। बाजवा ने पार्टी प्रधान सुनील जाखड़, कैबिनेट मंत्री सुख सरकारिया ते तृप्त रजिंदर बाजवा नूं कहा कि उन्हां वे बेटे ते भतीजे भी जिला परिषद ते फार्मर कमिशन के अहुदे छड्डण। बाजवा नाल उन्हां दे बेटे अर्जुन बाजवा ने भी मीडिया सामने पेश हुंदिआं कहा कि उन्होंने अज की सियासत ते शर्म आउंदी है। उन्होंने कहा कि उन्हां दे दादा जी ने कुर्बानी दी सी, जिस करके उन्होंने नौकरी मिली, पर विरोधियों के नाल कांग्रेसी ही विरोध करन लगे। उन्होंने कहा कि वो पार्टी लिए अजिहियां कई नौकरियां वार सकते हैं। दस दिए कि कांग्रेस पार्टी के अंदरों ते बाहरों लोग दबाव बनाउण मगरों कादियां तो विधायक फतेह जंग सिंह बाजवा ने अपने लड़के नूं मिली इंस्पैक्टर की नौकरी नूं छड्ड दिता। उन्होंने बाकायदा इसका ऐलान करके अपना पक्ष जनता सामने रखा। उंज बाजवा के इस फैसले की पुष्टि बुधवार ही पंजाब कांग्रेस के इंचार्ज हरीश रावत ने कर दी सी। कुछ दिन पहला बगदाद विच कुछ औरतों का एक वीडियो वायरल होया, जिस विच उन्होंने आम आदमी पार्टी के संसद मैंबर भगवंत सिंह मान नूं अपील की कि उन्होंने जल्द भारत वापसी की कोशिश की जाए। वीडियो वायरल होने के बाद संसद मैंबर भगवंत मान ने विदेश मंत्री नाल मुलाकात की ते इस सारे मामले ते विचार चर्चा की। मुलाकात तो बाद उन्होंने दस्सिया कि सारियां लड़कियां दे सारे पासपोर्ट विदेश मंत्रालय विच जमा करवा दिते गए हैं। बगदाद विच भारत के राजदूत नाल भी गलबात कर ली गई है। उन्होंने भरोसा दवाया कि उन्हां लड़कियां तक पहुंचण की पूरी कोशिश की जाएगी और उन्होंने अपने दूतवास लिया जाएगा और अगले कुछ दिनों तक इन्हां लड़कियां की भारत वापसी हो जाएगी। साडी बेनती है भगवंत मान जी, असीं इत्थे राख दे विच आए सी काम राख विच आए सी काम वास्ते। इत्थे दा शहर आ अरबल दी कंट्री विच असीं फसे होए आ। असीं घरां विच काम करन जाने आ तां सानूं घर वाले ਸਾਡੇ ਨਾਲ ਹੱਤਿਆਚਾਰ ਕਰਦੇ ਆ। ਜਦੋਂ ਅਸੀਂ ਕੰਮ ਬੈਕ ਕੰਪਨੀ ਚ ਆਉਂਦੇ ਆ ਤਾਂ ਕੰਪਨੀ ਦੇ ਬੌਸ ਵੀ ਸਾਡੇ ਨਾਲ ਹੱਤਿਆਚਾਰ ਕਰਦੇ ਨੇ। ਸਾਡੇ ਖਾਣ ਦੀ ਵੀ ਇੱਥੇ ਪ੍ਰੋਬਲਮ ਆ, ਸਾਨੂੰ ਸੌਣ ਦੀ ਵੀ ਪ੍ਰੋਬਲਮ ਆ, ਇੱਥੇ ਹਰ ਇੱਕ ਚੀਜ਼ ਦੀ ਸਾਨੂੰ ਪ੍ਰੋਬਲਮ ਆ। ਬੇਨਤੀ ਹੈ ਕਿ ਸਾਡੀ ਦਰਖਾਸਤ ਪਹੁੰਚਾਈ ਜਾਵੇ ਤੇ ਸਾਨੂੰ ਇੱਥੋਂ ਜਲਦੀ ਤੋਂ ਜਲਦੀ ਕਢਾਇਆ ਜਾਵੇ। ਬੇਨਤੀ ਹੈ ਕਿ ਸਾਨੂੰ ਫੋਨ ਵੀ ਨਹੀਂ ਮਿਲਦੇ ਤੇ ਅਸੀਂ ਆਪਣੇ ਘਰਾਂ 'ਚ ਜਿਹੜੀ ਗੱਲ ਕਰਕੇ ਦੱਸ ਸਕੀਏ। ਪਲੀਜ਼ ਸਾਡੀ ਬੇਨਤੀ ਹੈ ਕਿ ਸਾਨੂੰ ਇੱਥੋਂ ਜਲਦੀ ਤੋਂ ਜਲਦੀ ਕਢਵਾਇਆ ਜਾਵੇ। ਭਗਵੰਤ ਮਾਨ ਜੀ ਸਾਡੀ ਬੇਨਤੀ ਨੂੰ ਕਬੂਲ ਕਰੋ, ਮਨਜ਼ੂਰ ਕਰੋ ਤੇ ਸਾਨੂੰ ਇੱਥੇ ਜਲਦੀ ਤੋਂ ਜਲਦੀ ਲੈ ਕੇ ਜਾਓ।
ਪੈਰਾ ਓਲੰਪਿਕ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਸਰਕਾਰ ਦੀ ਅਣਦੇਖੀ ਕਾਰਨ ਖਿਡਾਰੀ ਆਪਣੇ ਜਿੱਤ ਦੇ ਮੈਡਲ ਸਰਕਾਰ ਨੂੰ ਵਾਪਸ ਕਰਨ ਲਈ ਆਏ ਸਨ। ਇਸ ਦੌਰਾਨ ਆਪ ਵਰਕਰ ਵੀ ਖਿਡਾਰੀਆਂ ਦਾ ਸਾਥ ਦੇਣ ਲਈ ਪਹੁੰਚੇ, ਜਿੱਥੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਰਾਲੰਪਿਕ ਖਿਡਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕੀਤੀ ਤੇ ਦੱਸਿਆ ਕਿ ਉਹਨਾਂ ਖੇਡ ਵਿਭਾਗ ਨੂੰ ਕਿਹਾ ਹੈ ਕਿ ਉਹ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪੈਰਾ ਖਿਡਾਰੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਦੇ ਸਾਹਮਣੇ ਨੀਤੀ ਲਿਆਉਣ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਸਾਡੇ ਖਿਡਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। हेलो हाँ सनी मॉर्निंग सर। मॉर्निंग सर पैरा स्पोर्ट ਦੇ ਸਾਰੇ ਪਲੇਅਰ ਆਏ ਮੈਂ ਉਹਨਾਂ ਨੂੰ ਇਹ ਕਿਸੇ ਨਾਲ ਕਰਾ ਦੋ। ਮੈਂ ਦੱਸਦਾ ਉਹਨਾਂ ਨੂੰ, ਇਹ ਤਾਂ ਅਸੀਂ ਸਪੋਰਟਸ ਮਿਨਿਸਟਰ ਨੂੰ ਕਹਿ ਚੁੱਕੇ ਹਾਂ ਐਂਡ ਦੇ ਆਰ ਇਹ ਅਗਲੇ ਕੈਬਨਿਟ ਦੇ ਵਿੱਚ ਲੈ ਕੇ ਆ ਰਿਹਾ ਸਪੋਰਟਸ ਮਿਨਿਸਟਰ। ਹਾਂ ਬੇਟਾ, ਤੁਸੀਂ ਸਤਿ ਸ਼੍ਰੀ ਅਕਾਲ ਬੇਟਾ। ਤੁਹਾਡੇ ਜਿਹੜੀ ਪ੍ਰੋਬਲਮਸ ਨੇ ਵੀ ਹੈਵ ਆਲਰੇਡੀ ਡਿਸਕਸਡ, ਅਸੀਂ ਡਿਸਕਸ ਕਰ ਚੁੱਕੇ ਹਾਂ ਔਰ ਸੋਢੀ ਸਾਹਿਬ ਇਹਨੂੰ ਅਗਲੀ ਕੈਬਨਿਟ ਦੇ ਵਿੱਚ ਲੈ ਕੇ ਆ ਰਹੇ ਨੇ। ਤਾਂ ਅਸੀਂ ਪਹਿਲਾਂ ਹੀ ਪਾਲਿਸੀ ਬਣਾ ਰਹੇ ਹਾਂ ਤੁਹਾਡੀ, ਸੋ ਫਿਕਰ ਨਾ ਕਰੋ। ਸਾਡੀ ਸਿੰਪਥੀ ਟੋਟਲੀ ਤੁਹਾਡੇ ਨਾਲ ਹੈ, ਤੋ ਅਸੀਂ ਇਹ ਵਾਰੀ ਨਾ ਕਰੋ। ਆਮ ਸੌਰੀ ਤੁਹਾਡੇ ਨਾਲ ਅੱਜ ਇਹ ਪੁਲਿਸ ਵਾਲਿਆਂ ਨੇ ਕੋਈ ਗੜਬੜ ਕੀਤੀ ਹੈ, ਮੈਂ ਉਹਨਾਂ ਦਾ ਦੇਖਾਂਗਾ, ਬਟ ਤੁਸੀਂ ਯੂ ਡੋਂਟ ਵਰੀ। ਜਿੱਥੇ ਤਾਈਂ ਤੁਹਾਡੀ ਪਾਲਿਸੀ ਹੈ ਸਾਡਾ ਫਰਜ਼ ਬਣਦਾ ਹੈ ਐਂਡ ਵੀ ਵਿਲ ਡੂ ਇਟ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।